ਵੈਲਕਮ ਦੋਸਤੋ। ਟਾਰਗੇਟ 100 ਸਟੱਡੀ ਗਰੁੱਪ ਦੇ YouTube ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਪੋਲਿਟੀ ਦੇ ਫਸਟ ਲੈਕਚਰ ਨੂੰ ਸਟਾਰਟ ਕਰਨ ਜਾ ਰਹੇ ਹਾਂ, ਜਿਹਦੇ 'ਚ ਅਸੀਂ ਪ੍ਰੀਐਮਬਲ ਬਾਰੇ ਡਿਸਕਸ ਕਰਾਂਗੇ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਚੈਨਲ 'ਤੇ ਸਟੱਡੀ ਦੇ ਨਾਲ ਰਿਲੇਟਡ ਕਾਫੀ ਵੀਡੀਓਜ਼ ਲੈ ਕੇ ਆ ਰਹੇ ਹਾਂ, ਤਾਂ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਜੇ ਪਸੰਦ ਆਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਤਾਂ ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਕਿ ਕੌਂਸਟੀਟਿਊਸ਼ਨ ਆਫ ਇੰਡੀਆ ਇਹ ਲੈਂਥੀਐਸਟ ਰਿਟਨ ਕੌਂਸਟੀਟਿਊਸ਼ਨ ਆਫ ਦਾ ਵਰਲਡ ਹੈ। ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ, ਦੈਟ ਮੀਨ 26 ਜਨਵਰੀ 1950, ਤਾਂ ਇਹਦੇ ਵਿੱਚ 395 ਆਰਟੀਕਲਸ, 8 ਸ਼ਡਿਊਲਸ ਐਂਡ 22 ਪਾਰਟਸ ਸੀ। ਉਸ ਤੋਂ ਬਾਅਦ ਅਮੈਂਡਮੈਂਟਸ ਹੁੰਦੀਆਂ ਗਈਆਂ, ਬਟ ਹੁਣ ਇਹਦੇ ਵਿੱਚ more than 465 ਆਰਟੀਕਲਸ, 12 ਸ਼ਡਿਊਲਸ ਐਂਡ 22 ਪਾਰਟਸ ਨੇ। ਤਾਂ ਇਹ ਸਾਰੇ ਵਰਲਡ ਦੇ ਵਿੱਚੋਂ ਜਿਹੜਾ ਲੈਂਥੀਐਸਟ ਹੈ, ਸਭ ਤੋਂ ਲੰਬਾ ਸੰਵਿਧਾਨ ਮੰਨਿਆ ਜਾਂਦਾ ਹੈ। ਅਮਰੀਕਾ ਦੇ ਕੌਂਸਟੀਟਿਊਸ਼ਨ ਦੇ ਵਿੱਚ ਸਿਰਫ 7 ਆਰਟੀਕਲ ਨੇ, ਅਤੇ UK ਦਾ ਜਿਹੜਾ ਕੌਂਸਟੀਟਿਊਸ਼ਨ ਹੈ ਉਹ ਰਿਟਨ 'ਚ ਨਹੀਂ ਹੈਗਾ। ਨੈਕਸਟ, ਇਹ ਕਾਫੀ ਰਿਸੋਰਸਿਸ ਤੋਂ ਡਰਾਉਨ ਕੀਤਾ ਗਿਆ ਸੀ, ਜਿਵੇਂ ਕਿ ਗਵਰਨਮੈਂਟ ਆਫ ਇੰਡੀਆ ਐਕਟ 1935 ਸੀ। ਉਹ ਬੇਸਿਕਲੀ ਬਲਿਊ ਪ੍ਰਿੰਟ ਮੰਨਿਆ ਜਾਂਦਾ ਸਾਡੇ ਕੌਂਸਟੀਟਿਊਸ਼ਨ ਦਾ। ਉਸ ਤੋਂ ਕਾਫੀ ਪਾਰਟ ਇਹਦਾ ਕੌਂਸਟੀਟਿਊਸ਼ਨ ਦਾ ਸਾਡਾ ਗਵਰਨਮੈਂਟ ਆਫ ਇੰਡੀਆ ਐਕਟ 1935 ਚੋਂ ਆ ਗਿਆ ਸੀਗਾ। ਅਤੇ ਉਸ ਤੋਂ ਬਾਅਦ ਹੋਰ ਕੰਟਰੀਜ਼ ਨੇ, ਜਿਵੇਂ ਰਸ਼ੀਆ ਤੋਂ ਅਸੀਂ ਲਿਆ ਜਸਟਿਸ ਦਾ ਆਈਡੀਆ ਲਿਆ, ਫਰਾਂਸ ਤੋਂ ਫਰੈਂਚ ਰੈਵੋਲਿਊਸ਼ਨ ਤੋਂ ਅਸੀਂ ਲਿਆ ਕੁਛ ਲਿਬਰਟੀ, ਇਕੁਐਲਿਟੀ ਅਤੇ ਫਰੈਟਰਨਿਟੀ ਦਾ ਆਈਡੀਆ ਉੱਥੋਂ ਲਿਆ। ਅਤੇ ਸਾਡਾ ਆਬਜੈਕਟਿਵ ਰੈਜੋਲਿਊਸ਼ਨ ਹੈ ਜਿਹਦੇ ਬਾਰੇ ਅੱਗੇ ਡਿਸਕਸ਼ਨ ਕਰਾਂਗੇ ਅਸੀਂ ਅਮਰੀਕਾ ਤੋਂ ਫੋਲੋ ਕੀਤਾ। ਡਾਇਰੈਕਟ ਪ੍ਰਿੰਸੀਪਲ ਆਇਰਲੈਂਡ ਤੋਂ ਲਏ ਨੇ, ਫੈਡਰਲ ਸਟਰਕਚਰ ਹੈ ਜਿਹੜਾ ਕੈਨੇਡਾ ਤੋਂ ਲਿਆ। ਤਾਂ ਉਹਦੇ ਲਈ ਇੱਕ ਸੈਪਰੇਟ ਵੀਡੀਓ ਆਪਾਂ ਅਪਲੋਡ ਕਰਾਂਗੇ। ਤਾਂ ਇਹ ਬੇਸਿਕਲੀ ਵੇਰੀਅਸ ਰਿਸੋਰਸਿਸ, ਵੇਰੀਅਸ ਕੰਟਰੀਜ਼ ਦਾ ਜਿਹੜੇ ਕੌਂਸਟੀਟਿਊਸ਼ਨ ਹੈ ਉਹਨਾਂ ਤੋਂ ਇਹ ਕੁਛ ਨਾ ਕੁਛ ਦੇ ਪੁਆਇੰਟ ਲਏ ਗਏ ਨੇ। ਤਾਂ ਐਕਚੁਅਲੀ ਸਾਡਾ ਜਿਹੜਾ ਦੇਸ਼ ਹੈ ਉਹ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ, ਬਟ ਉਸ ਤੋਂ ਪਹਿਲਾਂ ਹੀ 9 ਦਸੰਬਰ 1946 ਨੂੰ ਸਾਡੇ ਜਿਹੜਾ ਕੰਟਰੀ ਦੇ ਵਿੱਚ ਕੌਂਸਟੀਟਿਊਐਂਟ ਅਸੈਂਬਲੀ ਗਠਿਤ ਕਰ ਦਿੱਤੀ ਗਈ ਸੀ, ਜਿਹਦੇ ਪਹਿਲੇ ਚੇਅਰਮੈਨ ਬਣੇ ਸੀ ਡਾਕਟਰ ਰਜਿੰਦਰ ਪ੍ਰਸਾਦ। ਤਾਂ ਉਸ ਤੋਂ ਬਾਅਦ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੁੰਦਾ। ਤਾਂ ਸਾਡੀ ਜਿਹੜੀ ਡਰਾਫਟਿੰਗ ਕਮੇਟੀ ਬਣਦੀ ਹੈ, BR ਅੰਬੇਦਕਰ, ਉਹਨਾਂ ਦੇ ਡਾਕਟਰ BR ਅੰਬੇਦਕਰ ਉਹਦੇ ਚੇਅਰਮੈਨ ਬਣਾਏ ਜਾਂਦੇ ਨੇ, ਜਿਹੜੇ ਕਿ ਕੌਂਸਟੀਟਿਊਸ਼ਨ ਡਰਾਫਟ ਕਰੂਗੀ ਉਹ ਕਮੇਟੀ ਦੇ ਚੇਅਰਮੈਨ। ਤਾਂ ਇਸ ਦੀ ਪਹਿਲੀ ਮੀਟਿੰਗ, ਜੇ ਕੁਐਸਚਨ ਆਉਂਦਾ, ਪਹਿਲਾ ਕੁਐਸਚਨ ਤਾਂ ਇਹੀ ਹੈ ਕਿ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸੀ? ਡਾਕਟਰ BR ਅੰਬੇਦਕਰ। ਅਤੇ ਡਰਾਫਟਿੰਗ ਕਮੇਟੀ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ? ਤਾਂ ਅਗਸਤ 29, 1947 ਨੂੰ ਹੋਈ ਸੀ। ਅਤੇ ਬੇਸਿਕਲੀ ਕਾਫੀ ਡਿਬੇਟਸ ਹੋਈਆਂ, ਕਾਫੀ ਜੋ ਰਿਸੋਰਸਿਸ ਸੀ ਉਹਨਾਂ ਦੇ ਡਿਸਕਸ਼ਨਸ ਹੋਈਆਂ। ਉਸ ਤੋਂ ਬਾਅਦ ਜਿਹੜਾ ਇਹ ਕੌਂਸਟੀਟਿਊਸ਼ਨ ਸੀ ਇਹ ਵੇਰੀਅਸ ਮੈਂਬਰਸ ਦੁਆਰਾ ਸਾਈਨ ਕੀਤਾ ਗਿਆ ਅਤੇ ਅਡੋਪਟ ਕੀਤਾ ਗਿਆ ਨਵੰਬਰ 26, 1949 ਨੂੰ। ਬੇਸਿਕਲੀ ਇਸ ਦਿਨ ਅਡੋਪਟ ਕੀਤਾ ਗਿਆ, ਲਾਗੂ ਨਹੀਂ ਕੀਤਾ ਗਿਆ। ਨਵੰਬਰ 26, 1949 ਨੂੰ ਕੌਂਸਟੀਟਿਊਸ਼ਨ ਡੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਲਾਅ ਡੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਇਹ ਵੀ ਇੱਕ ਕੁਐਸਚਨ ਕਈ ਵਾਰ ਆ ਸਕਦਾ ਕਰੰਟ ਅਫੇਅਰ ਦੇ ਨਾਲ ਰਿਲੇਟਡ, ਤਾਂ ਇਹ ਵੀ ਜ਼ਰੂਰ ਯਾਦ ਰੱਖਣਾ। ਅਤੇ ਉਸ ਤੋਂ ਬਾਅਦ ਇਹ ਸੰਵਿਧਾਨ ਨੂੰ ਸਾਡੇ ਨੂੰ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ। 26 ਜਨਵਰੀ ਦਾ ਹੀ ਦਿਨ ਕਿਉਂ ਚੂਜ਼ ਕੀਤਾ ਗਿਆ? ਐਕਚੁਅਲੀ ਇਸ ਦਿਨ ਪੂਰਨ ਸਵਰਾਜ ਡੇ ਮਨਾਇਆ ਗਿਆ ਸੀਗਾ INC ਦੁਆਰਾ, ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ 1930 ਦੇ ਵਿੱਚ। ਤਾਂ ਉਸੇ ਕਰਕੇ ਇਹ ਦਿਨ ਨੂੰ ਲਿਆ ਗਿਆ ਸੀ, ਕਿਉਂਕਿ ਉਸ ਦਿਨ ਝੰਡਾ ਲਹਿਰਾਇਆ ਸੀ ਇਹਨਾਂ ਨੇ 26 ਜਨਵਰੀ 1930 ਨੂੰ। ਤਾਂ ਇਸੇ ਕਰਕੇ ਇਹ ਦਿਨ ਰੱਖਿਆ ਗਿਆ ਕਿ ਇਸ ਦਿਨ ਸੰਵਿਧਾਨ ਲਾਗੂ ਕੀਤਾ ਜਾਏਗਾ। ਤਾਂ 26 ਜਨਵਰੀ 1950 ਨੂੰ ਇਹ ਸੰਵਿਧਾਨ ਸਾਡਾ ਲਾਗੂ ਕਰ ਦਿੱਤਾ ਗਿਆ ਸੀ। ਇਸ ਦਿਨ ਨੂੰ ਰਿਪਬਲਿਕ ਡੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਫੁੱਲੀ ਇਹਨੂੰ ਕੌਂਸਟੀਟਿਊਸ਼ਨ ਨੂੰ ਕੰਪਲੀਟ ਹੋਣ ਲਈ 2 year 11 month ਐਂਡ 18 days ਲੱਗੇ ਸੀ। ਕਈ ਵਾਰੀ ਜੇ ਕੁਐਸਚਨ ਆਉਂਦਾ, ਇਹ ਸਾਡਾ ਪ੍ਰੀਐਮਬਲ ਦਾ ਬੇਸਿਕਲ ਜੋ ਰਿਟਨ ਦੇ ਵਿੱਚ ਸਾਡਾ ਪ੍ਰੀਐਮਬਲ ਹੈ, ਵੀ ਦਾ ਪੀਪਲ ਆਫ ਇੰਡੀਆ ਹੈਵਿੰਗ। ਤਾਂ ਇਹ ਸਾਰੀ ਇਹਦੀ ਡਿਸਕਸ਼ਨ ਦਿੱਤੀ ਗਈ, ਪੁਆਇੰਟ ਵਾਈਜ਼ ਅਸੀਂ ਅੱਗੇ ਡਿਸਕਸ ਕਰਾਂਗੇ। ਪ੍ਰੀਐਮਬਲ, ਹੁਣ ਪ੍ਰੀਐਮਬਲ ਬਾਰੇ, ਫਸਟ ਕੌਂਸਟੀਟਿਊਸ਼ਨ ਟੂ ਕਮੈਂਸ ਵਿਦ ਪ੍ਰੀਐਮਬਲ ਅਮੈਰੀਕਨ ਕੌਂਸਟੀਟਿਊਸ਼ਨ। ਅਮੈਰੀਕਾ ਦਾ ਕੌਂਸਟੀਟਿਊਸ਼ਨ ਪਹਿਲਾ ਇਹੋ ਜਿਹਾ ਸੰਵਿਧਾਨ ਹੈ ਜਿਹਦੇ 'ਚ ਪ੍ਰੀਐਮਬਲ ਦੀ ਸਟਾਰਟਿੰਗ 'ਚ ਵਰਤੋਂ ਹੋਈ ਹੈ। ਸਭ ਤੋਂ ਪਹਿਲਾਂ ਅਮਰੀਕਾ ਨੇ ਯੂਜ਼ ਕੀਤਾ, ਅਸੀਂ ਅਮਰੀਕਾ ਤੋਂ ਹੀ ਅਡੋਪਟ ਕੀਤਾ। NA ਪਾਲਖੀਵਾਲਾ ਜੀ ਇੱਕ ਬੜੇ ਐਮੀਨੈਂਟ ਜੂਰਿਸਟ ਨੇ, ਉਹਨਾਂ ਨੇ ਇਸ ਨੂੰ ਆਇਡੈਂਟੀਟੀ ਕਾਰਡ ਆਫ ਕੌਂਸਟੀਟਿਊਸ਼ਨ ਕਿਹਾ। ਸਾਡਾ ਜਿਹੜਾ ਪ੍ਰੀਐਮਬਲ ਹੈ ਇਹ ਬੇਸਿਕਲੀ ਇੱਕ ਆਇਡੈਂਟੀਟੀ ਕਾਰਡ ਹੈ, ਉਹ ਕਹਿੰਦੇ ਵੀ ਸਾਡੇ ਕੌਂਸਟੀਟਿਊਸ਼ਨ ਦਾ।
ਪ੍ਰੇਮਬਲ ਇਜ਼ ਬੇਸਿਕਲੀ ਬੇਸਡ ਔਨ ਆਬਜੈਕਟਿਵ ਰੈਜੂਲੇਸ਼ਨ। ਇੱਕ ਆਬਜੈਕਟਿਵ ਰੈਜੂਲੇਸ਼ਨ ਸੀ, ਉਹਦੇ ਤੇ ਬੇਸਡ ਹੈ। ਆਬਜੈਕਟਿਵ ਰੈਜੂਲੇਸ਼ਨ ਬੇਸਿਕਲੀ ਕੀ ਸੀ? ਆਬਜੈਕਟਿਵ ਰੈਜੂਲੇਸ਼ਨ ਡਰਾਫਟ ਤੇ ਮੂਵ ਕੀਤਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਨੇ 13 ਦਸੰਬਰ 1946 ਨੂੰ। ਉਹ ਕਾਫੀ ਡਿਟੇਲਡ ਸਟਰਕਚਰ ਸੀ ਵੀ ਕਿਸ ਤਰ੍ਹਾਂ ਜਸਟਿਸ ਹੋਏਗਾ, ਕਿਸ ਤਰ੍ਹਾਂ ਦੀ ਸਟੇਟ ਹੋਏਗੀ, ਨੇਚਰ ਆਫ ਸਟੇਟ ਕੀ ਹੋਏਗਾ, ਆਬਜੈਕਟਿਵਸ ਕੀ ਹੋਣਗੇ, ਫਰੈਟਰਨਿਟੀ ਹੋਏਗੀ ਜਾਂ ਜਸਟਿਸ ਹੋਏਗਾ, ਲਿਬਰਟੀ ਹੋਏਗੀ, ਇਕੁਐਲਿਟੀ ਹੋਏਗੀ। ਤਾਂ ਉਹ ਇੱਕ ਡਰਾਫਟ ਕੀਤਾ ਸੀ ਉਹਨਾਂ ਨੇ, ਅਤੇ ਉਸ ਨੂੰ ਬਾਅਦ 'ਚ ਕੌਂਸਟੀਟਿਊਐਂਟ ਅਸੈਂਬਲੀ ਨੇ 22 ਜਨਵਰੀ 1947 ਨੂੰ ਅਡੋਪਟ ਕਰ ਲਿਆ ਸੀਗਾ, ਅਤੇ ਉਸੇ ਨੂੰ ਹੀ ਬਾਅਦ 'ਚ ਪ੍ਰੇਮਬਲ ਦਾ ਰੂਪ ਦਿੱਤਾ ਗਿਆ। ਪ੍ਰੇਮਬਲ ਇੱਕ ਸ਼ਾਰਟ ਫਾਰਮ ਦੇ ਵਿੱਚ ਆਬਜੈਕਟਿਵ ਰੈਜੂਲੇਸ਼ਨ ਦੀ ਹੀ ਇੱਕ ਫਾਰਮ ਹੈ ਪ੍ਰੇਮਬਲ। ਤਾਂ ਹੁਣ ਪ੍ਰੇਮਬਲ ਦੇ ਬੇਸਿਕਲੀ ਅਸੀਂ ਪੈਰਾਮੀਟਰਸ ਦੀ ਗੱਲ ਕਰ ਲੈਂਦੇ ਹਾਂ। ਪ੍ਰੇਮਬਲ ਦੇ ਵਿੱਚ 4 ਚੀਜ਼ਾਂ ਅਸੀਂ ਦੇਖਣੀਆਂ ਨੇ। ਹੁਣ ਅਸੀਂ ਪ੍ਰੇਮਬਲ 'ਤੇ ਜਾਂਦੇ ਹਾਂ। ਇਹ ਦੇਖੋ, ਦ ਕੌਂਸਟੀਟਿਊਸ਼ਨ ਆਫ ਇੰਡੀਆ ਪ੍ਰੇਮਬਲ, ਵੀ ਦਾ ਪੀਪਲ ਆਫ ਇੰਡੀਆ। ਇੱਥੇ ਸੋਰਸ ਆਫ ਦਾ ਕੌਂਸਟੀਟਿਊਸ਼ਨ ਦੀ ਗੱਲ ਹੋ ਰਹੀ ਹੈ ਕਿ ਸੋਰਸ ਆਫ ਅਥਾਰਟੀ ਕੌਣ ਹੈ? ਵੀ ਦਾ ਪੀਪਲ ਆਫ ਇੰਡੀਆ। ਤਾਂ ਜੇ ਕੁਐਸਚਨ ਆ ਜਾਂਦਾ ਹੂ ਇਜ਼ ਦਾ ਸੋਰਸ ਆਫ ਅਥਾਰਟੀ ਇਨ ਦਾ ਕੌਂਸਟੀਟਿਊਸ਼ਨ ਆਫ ਇੰਡੀਆ, ਦੈਟ ਮੀਨਸ ਦਾ ਪੀਪਲ ਆਫ ਇੰਡੀਆ। ਪੀਪਲ ਆਫ ਇੰਡੀਆ ਹੀ ਨੇ ਜਿਹੜੇ ਸੋਰਸ ਆਫ ਅਥਾਰਟੀ ਨੇ। ਹੈਵਿੰਗ solemnly resolved to constitute India into a sovereign, socialist, secular, democratic republic and to secure all its citizens। ਹੁਣ ਜੇ ਆਪਾਂ ਅੱਗੇ ਇਹ ਗੱਲ ਕਰਦੇ ਨੇਚਰ ਆਫ ਇੰਡੀਅਨ ਸਟੇਟ ਕੀ ਹੋ, ਸੋਵਰਨ ਹੋਏਗਾ। ਇਹ ਆਪਾਂ ਅੱਗੇ 1 ਬਾਏ 1 ਵੀ ਡਿਸਕਸ ਕਰਾਂਗੇ। ਸੋਸ਼ਲਿਸਟ ਹੋਏਗਾ, ਸੈਕੂਲਰ ਹੋਏਗਾ, ਡੈਮੋਕ੍ਰੈਟਿਕ ਹੋਏਗਾ, ਰਿਪਬਲਿਕ ਹੋਏਗਾ। ਹੁਣ ਕਈ ਵਾਰੀ ਜਿਹੜੇ ਲਾਈਕ PCS ਐਗਜ਼ਾਮਸ ਨੇ ਉੱਥੇ ਇਹਨਾਂ ਦੀ ਇੱਕ ਤਰ੍ਹਾਂ ਨਾਲ ਆਰਡਰ ਪੁੱਛ ਲੈਂਦੇ ਨੇ ਕਿ ਕਿਸ ਆਰਡਰ 'ਚ ਨੇ, ਤਾਂ ਉਹਦੇ ਲਈ ਵੀ ਇਹ ਜ਼ਰੂਰੀ ਹੈ ਵੀ ਇਹਨੂੰ ਇੱਕ ਸਪੈਸੀਫਿਕ ਆਰਡਰ ਦੇ ਵਿੱਚ ਯਾਦ ਰੱਖਿਆ ਜਾਵੇ। ਨੈਕਸਟ ਆ ਗਿਆ ਆਬਜੈਕਟਿਵਸ ਆਫ ਕੌਂਸਟੀਟਿਊਸ਼ਨ। ਹੁਣ ਅੱਗੇ ਆਬਜੈਕਟਿਵਸ ਕੀ ਨੇ? ਜਸਟਿਸ ਕਿਸ ਤਰ੍ਹਾਂ ਦਾ, ਸੋਸ਼ਲ, ਇਕਨੋਮਿਕ, ਪੋਲੀਟੀਕਲ, ਲਿਬਰਟੀ, ਇਕੁਐਲਿਟੀ, ਫਰੈਟਰਨਿਟੀ। ਇਹ ਆਬਜੈਕਟਿਵਸ ਨੇ, ਇਹ ਏਮਸ ਨੇ ਸਾਡੇ ਕੌਂਸਟੀਟਿਊਸ਼ਨ ਦੇ, ਉਹਦੇ ਬਾਰੇ ਗੱਲ ਕੀਤੀ ਗਈ ਹੈ। ਅਤੇ ਲਾਸਟ ਇਹਨਾਂ ਨੇ ਡੇਟ ਆਫ ਅਡੋਪਸ਼ਨ ਦੀ ਗੱਲ ਕੀਤੀ ਹੈ। ਇਨ ਆਵਰ ਕੌਂਸਟੀਟਿਊਂਟ ਅਸੈਂਬਲੀ this 26th day of November 1949 do hereby adopt, enact and give to ourselves the constitution। ਅਸੀਂ ਆਪ ਹੀ the people of India, ਅਸੀਂ ਭਾਰਤ ਦੇ ਲੋਕ ਆਪਣੇ ਆਪ ਨੂੰ 26 ਜਨਵਰੀ 1949 ਨੂੰ ਇਹ ਸੰਵਿਧਾਨ ਦੇ ਰਹੇ ਹਾਂ। ਠੀਕ ਹੈ, ਤਾਂ ਇਹ ਚੀਜ਼ ਉਹਦੇ 'ਚ ਆ ਜਾਂਦਾ ਡੇਟ ਆਫ ਅਡੋਪਸ਼ਨ ਵੀ ਇਹਦੇ ਵਿੱਚ ਆ। ਤਾਂ ਇਹ 4 ਪੈਰਾਮੀਟਰਸ ਨੇ ਸਾਡੇ ਪ੍ਰੇਮਬਲ ਦੇ। ਹੁਣ ਪ੍ਰੇਮਬਲ ਦੇ ਅਸੀਂ ਕੀਵਰਡਸ ਦੀ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸੋਵਰਨ ਸਟੇਟ। ਬੇਸਿਕਲੀ ਹੁਣ ਅਸੀਂ ਨੇਚਰ ਆਫ ਸਟੇਟ ਦੀ ਗੱਲ ਕਰ ਲੈਂਦੇ ਹਾਂ। ਨੇਚਰ ਆਫ ਸਟੇਟ ਕੀ ਹੈ? ਇੰਡੀਅਨ ਸਟੇਟ ਕੀ ਹੈ? ਸੋਵਰਨ ਸਟੇਟ ਹੈ। ਸੋਵਰਨ ਮਤਲਬ ਕੀ ਹੈ ਵੀ ਇਹ ਕਿਸੇ 'ਤੇ ਡਿਪੈਂਡੈਂਟ ਨਹੀਂ ਹੈਗੀ। ਮਤਲਬ ਜਿਸ ਤਰ੍ਹਾਂ ਇਹਦੇ 'ਤੇ ਕੋਈ ਰਾਜਾ ਨਹੀਂ ਹੈਗਾ, ਇਹ ਕਿਸੇ 'ਤੇ ਡਿਪੈਂਡੈਂਟ ਨਹੀਂ ਹੈਗੀ ਕਿ ਇਹਨੂੰ ਫੰਡਸ ਦੇ ਲਈ ਕਿਸੇ ਹੋਰ ਵੱਲ ਝਾਕ ਕਰਨੀ ਪਵੇ। ਆਪਣਾ ਇੰਡੀਪੈਂਡੈਂਟ ਸਟੇਟ ਹੈ, ਫਸਟ ਥਿੰਗ। ਸੈਕਿੰਡ, ਇਹ ਡੋਮੀਨੀਅਨ ਨਹੀਂ ਹੈਗੀ। ਪਹਿਲਾਂ ਗੱਲ ਚੱਲੀ ਸੀ ਵੀ ਇੰਡੀਆ ਨੂੰ ਡੋਮੀਨੀਅਨ ਦਾ ਦਰਜਾ ਹੀ ਦੇ ਦਿਓ, ਫਿਰ ਅਸੀਂ ਪੂਰਨ ਸਟੇਟ ਪੂਰਨ ਇੱਕ ਆਜ਼ਾਦੀ ਲਈ ਹੈ। ਬਟ ਪਹਿਲਾਂ ਡੋਮੀਨੀਅਨ ਦੀ ਗੱਲ ਵੀ ਚੱਲਦੀ ਰਹੀ ਹੈ ਕਿ ਉੱਪਰ ਰਾਜ ਬ੍ਰਿਟਿਸ਼ ਦਾ ਹੋਊ, ਇੰਡੀਆ ਦੇ ਵਿੱਚ ਇੰਡੀਅਨਸ ਨੇ ਜਿਹੜੇ ਉਹ ਚੁਣ ਕੇ ਆ ਜਾਣਗੇ, ਉਹ ਚਲਾਈ ਜਾਣਗੇ। ਬਟ ਉਸ ਤਰ੍ਹਾਂ ਨਹੀਂ ਹੈ। ਹੁਣ ਅਸੀਂ ਇੰਡੀਪੈਂਡੈਂਟ ਸਟੇਟ ਹਾਂ ਅਤੇ ਡੋਮੀਨੀਅਨ ਸਟੇਟ ਨਹੀਂ ਹੈਗੇ, ਸੋਵਰਨ ਸਟੇਟ ਆ। ਨੈਕਸਟ ਹੈਗਾ ਸੋਸ਼ਲਿਸਟ ਜਿਹੜਾ ਵਰਡ ਸੀ ਉਹ ਬੇਸਿਕਲੀ ਓਰੀਜਨਲ ਪ੍ਰੇਮਬਲ ਦੇ ਵਿੱਚ ਨਹੀਂ ਹੈਗਾ ਸੀ। ਇਹ ਐਡ ਕੀਤਾ ਗਿਆ ਸੀ 42nd ਅਮੈਂਡਮੈਂਟ 1976 ਰਾਹੀਂ। 42nd ਅਮੈਂਡਮੈਂਟ ਜਿਹੜੀ ਹੈ ਇਹਨੂੰ ਮਿਨੀ ਕੌਂਸਟੀਟਿਊਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਸੋਸ਼ਲਿਸਟ ਬੇਸਿਕਲੀ ਕੀ ਹੈ? ਡਿਸਟਰੀਬਿਊਸ਼ਨ ਆਫ ਦਾ ਰਿਸੋਰਸਿਸ ਟੂ ਦਾ ਪੀਪਲ। ਤਾਂ ਸੋਸ਼ਲਿਜ਼ਮ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਾ ਸੋਸ਼ਲਿਜ਼ਮ ਹੈ? ਇੰਡੀਆ ਦੇ ਵਿੱਚ ਡੈਮੋਕ੍ਰੈਟਿਕ ਸੋਸ਼ਲਿਜ਼ਮ ਹੈ, ਨਾਟ ਕਮਿਊਨਿਸਟਿਕ ਸੋਸ਼ਲਿਜ਼ਮ ਨਹੀਂ ਹੈਗਾ। ਕਮਿਊਨਿਸਟਿਕ ਸੋਸ਼ਲਿਜ਼ਮ ਦੇ ਵਿੱਚ ਕੀ ਹੁੰਦਾ? ਪ੍ਰਾਈਵੇਟ ਪ੍ਰੋਪਰਟੀ ਨੂੰ ਅਬੋਲਿਸ਼ ਕਰ ਦਿੰਦੇ ਨੇ ਬਿਲਕੁਲ ਹੀ। ਸਿਰਫ ਅਤੇ ਸਿਰਫ ਪਬਲਿਕ ਹੀ, ਮਤਲਬ ਪਬਲਿਕ ਆਫਿਸਿਸ ਹੋਣਗੇ। ਬਟ ਇੰਡੀਆ ਦੇ ਵਿੱਚ ਮਿਕਸ ਇਕੋਨਮੀ ਆ, ਪ੍ਰਾਈਵੇਟ ਸੈਕਟਰਸ ਵੀ ਹੈ। ਬਟ ਹੁਣ ਤਾਂ ਮਤਲਬ ਸਾਰੀਆਂ ਸਟੇਟਸ ਹੀ, ਸਾਰੀਆਂ ਕੰਟਰੀਜ਼ ਹਾਲਾਂਕਿ ਕੈਪੀਟਲਿਸਟ ਵੱਲ ਜਾ ਰਹੀਆਂ ਹੌਲੀ ਹੌਲੀ ਕਰਕੇ, ਬਟ ਸਟਿਲ ਵੀ ਆਰ ਡੈਮੋਕ੍ਰੈਟਿਕ ਸੋਸ਼ਲਿਸਟ ਆ, ਜੋ ਸਾਡੀ ਜਿਹੜੀ ਸੋਸ਼ਲਿਜ਼ਮ ਦੀ ਪਰਿਭਾਸ਼ਾ ਹੈਗੀ। ਨੈਕਸਟ ਹੈਗਾ ਸੈਕੂਲਰ ਜਿਹੜਾ ਸ਼ਬਦ ਸੀ ਇਹ ਵੀ ਓਰੀਜਨਲ ਪ੍ਰੇਮਬਲ ਦੇ ਵਿੱਚ ਨਹੀਂ ਹੈਗਾ ਸੀ। ਇਹਨੂੰ ਵੀ 42nd ਅਮੈਂਡਮੈਂਟ 1976 ਨਾਲ ਹੀ ਐਡ ਕੀਤਾ ਗਿਆ ਸੀ। ਹੁਣ ਸੈਕੂਲਰ ਦਾ ਕੀ ਮੀਨਿੰਗ ਹੈ? ਸੈਕੂਲਰ ਬੇਸਿਕਲੀ ਵੀ ਕੋਈ ਵੀ ਸਟੇਟ ਹੈ, ਕੋਈ ਵੀ ਕੰਟਰੀ ਹੈ, ਉਹਦਾ ਆਪਣਾ ਕੋਈ ਧਰਮ ਨਹੀਂ ਹੋਏਗਾ। ਜਿਵੇਂ ਕਿ ਕਈ ਕੰਟਰੀਜ਼ ਨੇ ਉਹ ਇਸਲਾਮਿਕ ਕੰਟਰੀਜ਼ ਨੇ, ਲਾਈਕ ਅਸੀਂ ਗਲਫ ਕੰਟਰੀਜ਼ ਦੀ ਦੇਖਦੇ ਹਾਂ ਤਾਂ ਮੋਸਟਲੀ ਇਸਲਾਮਿਕ ਕੰਟਰੀਜ਼ ਨੇ, ਉਹਨਾਂ ਨੇ ਇੱਕ ਧਰਮ ਅਡੋਪਟ ਕੀਤਾ ਹੋਇਆ ਇਸਲਾਮ। ਤਾਂ ਇਸੇ ਤਰ੍ਹਾਂ ਜਾਂ ਆਪਣੀਆਂ ਕ੍ਰਿਸਚਨ ਕੰਟਰੀਜ਼ ਨੇ, ਕਈ ਜੂਸ ਕੰਟਰੀਜ਼ ਨੇ। ਬਟ ਇੰਡੀਆ ਡੋਂਟ ਹੈਵ ਪਰਟੀਕੂਲਰ ਰਿਲੀਜਨ। ਕੋਈ ਵੀ ਆਦਮੀ, ਕੋਈ ਵੀ ਇਨਸਾਨ ਹੈ ਜਿਹੜਾ, ਉਹ ਕੋਈ ਵੀ ਧਰਮ ਅਡੋਪਟ ਕਰ ਸਕਦਾ। ਐਵਰੀ ਇੰਡੀਵਿਜੂਅਲ ਹੈਵ ਫੁੱਲੀ ਰਾਈਟ
ਉਹਨੂੰ ਆਪਣਾ ਅਧਿਕਾਰ ਹੈ ਕਿ ਉਹ ਕੋਈ ਵੀ ਆਪਣਾ ਧਰਮ ਅਧਿਕਾਰ ਕਰ ਸਕਦਾ ਹੈ, ਉਹਨੂੰ ਕਿਵੇਂ ਵੀ ਐਕਸਪ੍ਰੈਸ ਕਰ ਸਕਦਾ। ਬਟ ਇੱਦਾਂ ਨਹੀਂ ਹੈਗਾ ਕਿ ਅਸੀਂ ਸਾਡੇ ਸਟੇਟ ਦੇ ਵਿੱਚ ਕੋਈ, ਸਾਡੇ ਇੰਡੀਆ ਦੇ ਵਿੱਚ ਉਹਨੂੰ ਕਿਹਾ ਜਾਊਗਾ ਕਿ ਨਹੀਂ ਤੂੰ ਇਹ ਧਰਮ ਅਡੋਪਟ ਕਰ ਧੱਕੇ ਨਾਲ, ਤਾਂ ਉਹ ਸੈਕੂਲਰ ਸਟੇਟ ਦੀ ਪਰਿਭਾਸ਼ਾ ਹੈਗੀ। ਤਾਂ ਇੰਡੀਆ ਇੱਕ ਸੈਕੂਲਰ ਸਟੇਟ ਹੈ, ਡੈਮੋਕ੍ਰੈਟਿਕ। ਹੁਣ ਡੈਮੋਕ੍ਰੈਟਿਕ ਦੀ ਗੱਲ ਕਰਦੇ ਹਾਂ। ਡੈਮੋਕ੍ਰੈਟਿਕ ਐਕਚੁਅਲੀ ਕੀ ਹੁੰਦਾ? ਲੋਕਾਂ ਦੁਆਰਾ ਚੁਣਿਆ ਹੋਇਆ ਲੋਕਤੰਤਰ। ਤਾਂ ਡੈਮੋਕ੍ਰੇਸੀ ਐਕਚੁਅਲੀ ਦੋ ਤਰ੍ਹਾਂ ਦੀ ਹੈ, ਡਾਇਰੈਕਟ ਡੈਮੋਕ੍ਰੇਸੀ, ਇਨਡਾਇਰੈਕਟ ਡੈਮੋਕ੍ਰੇਸੀ ਹੈ। ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਲੋਕ ਸਿੱਧਾ ਹੀ ਆਪ ਰਾਜ ਕਰਦੇ ਨੇ, ਜਿਵੇਂ ਲਾਈਕ ਇੱਕ ਐਗਜ਼ਾਮਪਲ ਸਵਿਟਜ਼ਰਲੈਂਡ ਹੈ। ਇਨਡਾਇਰੈਕਟ ਡੈਮੋਕ੍ਰੇਸੀ ਜਿਵੇਂ ਇੰਡੀਆ ਦੇ ਵਿੱਚ ਹੈ, ਇੰਡੀਆ ਕੀ ਕਰਦਾ? ਅਸੀਂ ਨੁਮਾਇੰਦੇ ਚੁਣਦੇ ਹਾਂ, ਅਸੀਂ ਇੱਕ ਪਾਰਲੀਆਮੈਂਟਰੀ ਡੈਮੋਕ੍ਰੇਸੀ ਹਾਂ। ਇੰਡੀਆ ਇਜ਼ ਏ ਪਾਰਲੀਆਮੈਂਟਰੀ ਟਾਈਪ ਆਫ ਡੈਮੋਕ੍ਰੇਸੀ। ਅਸੀਂ ਇੰਡੀਆ ਦੇ ਜਿਹੜੀ ਪੋਲਿਟੀ ਆ ਉਹ ਡੈਮੋਕ੍ਰੈਟਿਕ ਪਾਰਲੀਆਮੈਂਟਰੀ ਪੋਲਿਟੀ ਹੈ। ਅਸੀਂ ਚੂਜ਼ ਕਰਦੇ ਹਾਂ ਆਪਣੇ ਨੁਮਾਇੰਦੇ, ਉਹ ਸਾਨੂੰ ਰਿਪਰੈਜ਼ੈਂਟ ਕਰਦੇ ਆ ਲੋਕਾਂ ਨੂੰ ਜਾ ਕੇ। ਦੈਟ ਇਜ਼ ਦਾ ਇਨਡਾਇਰੈਕਟ ਡੈਮੋਕ੍ਰੇਸੀ ਇਨ ਇੰਡੀਆ। ਰਿਪਬਲਿਕ, ਹੁਣ ਰਿਪਬਲਿਕ ਦਾ ਮਤਲਬ ਸਮਝਣ ਦੀ ਲੋੜ ਹੈ। ਇੱਕ ਹੁੰਦੀ ਹੈ ਮੋਨੈਰਕੀ। ਮੋਨੈਰਕੀ ਕੀ ਹੁੰਦਾ? ਇੱਕ ਸਿੰਗਲ ਰਾਜਾ, ਕਿੰਗ ਜਾਂ ਕੁਈਨ, ਲਾਈਕ ਇਨ ਇੰਗਲੈਂਡ। ਉਹ ਕੀ ਹੈਰੀਡੇਟਰੀ ਚੱਲਿਆ ਆਊਗਾ, ਮਤਲਬ ਇੱਕ ਪਹਿਲਾਂ ਬਣਿਆ ਕੋਈ, ਉਹਦਾ ਬੇਟਾ ਬਣ ਜਾਏਗਾ ਜਾਂ ਉਹਦੀ ਬੇਟੀ ਬਣ ਜਾਏਗੀ, ਉਹ ਇਸ ਤਰ੍ਹਾਂ ਇੱਕ ਹੈਰੀਡੇਟਰੀ ਚੱਲਦਾ ਜਾਏਗਾ ਅਤੇ ਉਹਦੀ ਹੀ ਮੋਹਰ ਚੱਲੇਗੀ। ਉਹ ਹੈਰੀਡੇਟਰੀ ਮਤਲਬ ਉਹ ਕਿਸੇ ਦੁਆਰਾ ਇਲੈਕਟ ਨਹੀਂ ਕੀਤਾ ਗਿਆ, ਬਟ ਉਹ ਸ਼ੁਰੂ ਤੋਂ ਮੁੱਢ ਕਦੀਮੀ ਚੱਲਦਾ ਆ ਰਿਹਾ, 400 ਸਾਲ ਤੋਂ 500 ਸਾਲ ਤੋਂ ਡੋਂਟ ਨੋ। ਬਟ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ। ਇੰਡੀਆ ਦੇ ਵਿੱਚ ਕੋਈ ਹੈਰੀਡੇਟਰੀ ਕਿਸੇ ਨੂੰ ਸਪੈਸੀਫਿਕ ਪਾਵਰ ਨਹੀਂ ਦਿੱਤੀਆਂ ਗਈਆਂ। ਇੰਡੀਆ ਦੇ ਵਿੱਚ ਜਿਹੜਾ ਹੈੱਡ ਆਫ ਸਟੇਟ ਹੈ, ਲਾਈਕ ਪ੍ਰੈਜ਼ੀਡੈਂਟ ਹੈ, ਉਹ ਇਲੈਕਟ ਕੀਤਾ ਜਾਊਗਾ ਪੀਪਲ ਦੁਆਰਾ। ਬੇਸਿਕਲੀ ਰਿਪਬਲਿਕ ਦਾ ਮਤਲਬ ਕੀ ਹੁੰਦਾ? ਹੈਡ ਆਫ ਦਾ ਸਟੇਟ ਵਿਲ ਬੀ ਇਲੈਕਟਡ ਬਾਈ ਦਾ ਪੀਪਲ ਆਫ ਦਾ ਸਟੇਟ ਡਾਇਰੈਕਟਲੀ ਔਰ ਇਨਡਾਇਰੈਕਟਲੀ। ਇਨ ਇੰਡੀਆ ਇਟ ਇਜ਼ ਇਨ ਇਨਡਾਇਰੈਕਟਲੀ ਫਾਰਮ। ਇੰਡੀਆ ਦੇ ਵਿੱਚ ਬੇਸਿਕਲੀ MLA MP ਨੇ, ਉਹੀ ਉਹਨਾਂ ਦਾ ਇੱਕ ਪ੍ਰੋਸੀਜਰ ਅਲੱਗ ਤੋਂ ਅਸੀਂ ਅੱਗੇ ਡਿਸਕਸ ਕਰਦੇ ਰਹਾਂਗੇ, ਅੱਗੇ ਸਾਡੀਆਂ ਵੀਡੀਓਜ਼ ਆਉਣਗੀਆਂ ਉਹਨਾਂ 'ਚ ਡਿਸਕਸ ਕਰਾਂਗੇ। ਤਾਂ ਉਹ ਇਨਡਾਇਰੈਕਟਲੀ ਇਲੈਕਟ ਕੀਤਾ ਜਾਂਦਾ ਜਿਹੜਾ ਸਾਡਾ ਹੈਡ ਆਫ ਸਟੇਟ ਹੈ। ਤਾਂ ਇੰਡੀਆ ਇੱਕ ਰਿਪਬਲਿਕ ਸਟੇਟ ਹੈ। ਇਹ ਤਾਂ ਸੀਗੀ ਜੀ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਅਤੇ ਰਿਪਬਲਿਕ, ਇਹ ਯਾਦ ਰੱਖਣਾ। ਇਹ ਤਾਂ ਸੀ ਨੇਚਰ ਆਫ ਸਟੇਟ ਇੰਡੀਆ ਦੀ। ਹੁਣ ਅਸੀਂ ਗੱਲ ਕਰ ਰਹੇ ਹਾਂ ਓਬਜੈਕਟਿਵਸ ਦੀ। ਹੁਣ ਸਾਡੇ ਜਿਹੜੇ ਓਬਜੈਕਟਿਵਸ ਕੀ ਨੇ ਬੇਸਿਕਲੀ ਸਾਡੇ ਪ੍ਰੀਐਂਬਲ ਦੇ? ਪਹਿਲਾ ਜਸਟਿਸ, ਮਤਲਬ ਜਸਟਿਸ ਦੇਣਾ ਕਿਹਨਾਂ ਨੂੰ? ਲੋਕਾਂ ਨੂੰ, ਥਰੂ ਆਊਟ ਦਾ ਕੰਟਰੀ। ਜਸਟਿਸ ਕਿਸ ਤਰ੍ਹਾਂ ਦਾ? ਸੋਸ਼ਲ, ਇਕਨੋਮਿਕ ਅਤੇ ਪੋਲੀਟੀਕਲ। ਸੋਸ਼ਲ ਜਸਟਿਸ ਹੋਣਾ ਚਾਹੀਦਾ, ਸਮਾਜਿਕ ਨਿਆਂ ਹੋਣਾ ਚਾਹੀਦਾ। ਇਕਨੋਮਿਕ ਜਸਟਿਸ ਹੋਣਾ ਚਾਹੀਦਾ। ਇਕਨੋਮਿਕਲੀ ਐ ਨਹੀਂ ਕਿ ਇੱਕ ਅਮੀਰ ਹੈ ਅਤੇ ਕੋਈ ਗਰੀਬ ਹੈ, ਠੀਕ ਹੈ। ਇਕਨੋਮਿਕਲੀ ਉਹਨਾਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਨੀ ਹੈ। ਪੋਲੀਟੀਕਲ ਜਸਟਿਸ ਹੈ, ਐਵਰੀਵਨ ਹੈਵ ਇਕੁਅਲ ਐਕਸੈਸ ਟੂ ਆਲ ਦਾ ਪੋਲੀਟੀਕਲ ਆਫਿਸਿਸ। ਸਾਰੇ ਹੀ ਪੋਲੀਟੀਕਲ ਆਫਿਸਿਸ, ਪੋਲੀਟੀਕਲ ਪਾਰਟੀ ਦਾ ਉਹਨਾਂ ਨੂੰ ਫੁੱਲ ਐਕਸੈਸ ਹੈ। ਇਹ ਜਸਟਿਸ ਦੀ ਗੱਲ ਹੋ ਗਈ। ਜਸਟਿਸ ਬੇਸਿਕਲੀ ਅਸੀਂ ਕਿੱਥੋਂ ਲਿਆ? ਜਸਟਿਸ ਜਿਹੜਾ ਅਸੀਂ ਅਡੋਪਟ ਕੀਤਾ ਉਹ ਕੀਤਾ ਸੀ ਰਸ਼ੀਅਨ ਰੈਵੋਲਿਊਸ਼ਨ 1917, 1917 ਰਸ਼ੀਅਨ ਰੈਵੋਲਿਊਸ਼ਨ ਤੋਂ ਅਸੀਂ ਜਸਟਿਸ ਵਰਡ ਹੈ ਜਿਹੜਾ ਅਡੋਪਟ ਕੀਤਾ। ਨੈਕਸਟ ਆ ਗਿਆ ਲਿਬਰਟੀ। ਲਿਬਰਟੀ ਕੀ ਹੁੰਦੀ ਹੈ? ਕਿਸੇ ਚੀਜ਼ ਦੀ ਆਜ਼ਾਦੀ। ਲਿਬਰਟੀ ਲਾਈਕ ਵਿਦਆਊਟ ਐਨੀ ਲਿਬਰਟੀ। ਤਾਂ ਲਿਬਰਟੀ ਬੇਸਿਕਲੀ ਕਾਹਦੀ? ਥਾਟ ਦੀ ਐਕਸਪ੍ਰੈਸ਼ਨ, ਬਲੀਫ, ਫੇਥ ਐਂਡ ਵਰਸ਼ਿਪ। ਤੁਸੀਂ ਕੁਛ ਵੀ ਸੋਚ ਸਕਦੇ ਹੋ, ਐਕਸਪ੍ਰੈਸ਼ਨ। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਲਿਬਰਟੀ ਦਾ ਵੀ ਤੁਹਾਨੂੰ ਲਾਇਸੈਂਸ ਮਿਲ ਗਿਆ, ਤੁਸੀਂ ਕੁਛ ਵੀ ਸੋਚ ਲਓਗੇ, ਤੁਸੀਂ ਵੀ ਬੰਬ ਬਣਾ ਲਿਆ, ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਲਿਬਰਟੀ ਇਜ਼ ਨਾਟ ਐਬਸੋਲਿਊਟ, ਇਟ ਇਜ਼ ਕੁਆਲੀਫਾਈਡ ਇਨ ਨੇਚਰ। ਤਾਂ ਲਿਬਰਟੀ ਇਜ਼ ਐਕਚੁਅਲੀ, ਤੁਸੀਂ ਐ ਨਹੀਂ ਹੈਗਾ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਦਾ ਨੇਸ਼ਨ, ਉਹਨੂੰ ਬਹੁਤ ਧਿਆਨ 'ਚ ਰੱਖਣਾ। ਤੁਸੀਂ ਐ ਨਹੀਂ ਹੈਗਾ ਵੀ ਲਿਬਰਟੀ ਕੁਛ ਵੀ ਕਰੀ ਜਾਓ ਦੇਸ਼ ਦੇ ਵਿਰੁੱਧ, ਨਹੀਂ। ਤਾਂ ਲਿਬਰਟੀ ਇੱਕ ਹੈ, ਬਟ ਯੂਨਿਟੀ ਐਂਡ ਇੰਟੈਗ੍ਰਿਟੀ ਨੂੰ ਦੇਖ ਕੇ ਦੇਸ਼ ਦੀ। ਤਾਂ ਲਿਬਰਟੀ ਆਫ ਥਾਟ, ਐਕਸਪ੍ਰੈਸ਼ਨ, ਬਲੀਫ, ਫੇਥ ਐਂਡ ਵਰਸ਼ਿਪ। ਨੈਕਸਟ ਇਜ਼ ਇਕੁਐਲਿਟੀ। ਇਕੁਐਲਿਟੀ ਬਰਾਬਰਤਾ ਦਾ ਅਧਿਕਾਰ। ਸਟੇਟਸ ਐਂਡ ਓਪਰਚੁਨਿਟੀ, ਸਾਰਿਆਂ ਨੂੰ ਬਰਾਬਰ ਮੌਕੇ ਮਿਲਣਗੇ। ਜੇ ਕੋਈ ਜੋਬ ਹੈ ਤਾਂ ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਰਿਜ਼ਰਵੇਸ਼ਨ ਦਾ ਇੱਕ ਅਲੱਗ ਕਨਸੈਪਟ ਹੈ, ਬਟ ਅਪਲਾਈ ਸਾਰੇ ਕਰ ਸਕਦੇ ਇਸ ਤਰ੍ਹਾਂ ਨਹੀਂ। ਅਤੇ ਸਿਵਿਕ, ਪੋਲੀਟੀਕਲ ਐਂਡ ਇਕਨੋਮਿਕਲ ਇਕੁਐਲਿਟੀ ਦਾ ਇਹਦੇ 'ਚ ਕਨਸੈਪਟ ਹੈ। ਇਹ ਹਾਲਾਂਕਿ ਅੱਗੇ ਅਸੀਂ ਡਿਸਕਸ ਕਰਾਂਗੇ ਫੰਡਾਮੈਂਟਲ ਰਾਈਟਸ ਦੇ ਵਿੱਚ, ਉੱਥੇ ਕਾਫੀ ਡਿਟੇਲਡ ਆਊਗਾ, ਇੱਥੇ ਅਸੀਂ ਸ਼ਾਰਟ ਕਰ ਰਹੇ ਹਾਂ। ਨੈਕਸਟ ਆ ਗਿਆ ਫਰੈਟਰਨਿਟੀ। ਫਰੈਟਰਨਿਟੀ ਹੁੰਦਾ ਬ੍ਰਦਰਹੁੱਡ ਜਾਂ ਭਾਈਚਾਰਾ। ਡਿਗਨਿਟੀ ਆਫ ਦਾ ਇੰਡੀਵਿਜੂਅਲ ਦੀ ਡਿਗਨਿਟੀ ਬਾਰੇ, ਐਂਡ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਦਾ ਨੇਸ਼ਨ। ਹੁਣ ਇਹਦੇ 'ਚ ਵੀ ਇੰਟੈਗ੍ਰਿਟੀ ਹੈ ਜਿਹੜੀ ਉਹ ਅਸੀਂ ਮੇਨਟੇਨ ਰੱਖਣੀ ਆ ਨੇਸ਼ਨ ਦੀ। ਤਾਂ ਭਾਈਚਾਰਾ ਰੱਖਣਾ ਉਹ ਵੀ ਇੱਕ ਮਤਲਬ ਸਾਡਾ ਓਬਜੈਕਟਿਵ ਹੈ। ਇੰਟੈਗ੍ਰਿਟੀ ਵਰਡ ਵੀ ਜਿਹੜਾ ਓਰੀਜਨਲੀ ਨਹੀਂ ਹੈਗਾ ਸੀ, ਵੀ ਐਡ ਕੀਤਾ ਗਿਆ 42nd ਅਮੈਂਡਮੈਂਟ ਰਾਹੀਂ। ਨੈਕਸਟ ਇੱਕ ਬੜੀ ਡਿਬੇਟ ਚੱਲਦੀ ਰਹੀ ਹੈ ਵੀ ਜਿਹੜਾ ਪ੍ਰੀਐਂਬਲ ਹੈ
ਇਹ ਪਾਰਟ ਹੈ ਕਨਸਟੀਟਿਊਸ਼ਨ ਦਾ ਜਾਂ ਨਹੀਂ। ਤਾਂ ਸਭ ਤੋਂ ਪਹਿਲਾਂ ਇੱਕ ਬੇਰੂਬੇਰੀ ਯੂਨੀਅਨ ਕੇਸ ਹੋਇਆ ਸੀ 1960। ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਇਹ ਐਂਬੀਗੀਅਸ ਹੈ। ਪ੍ਰੇਮਬਲ ਦੇ ਜੇ ਇੱਕ ਅਸੀਂ ਸ਼ਬਦ ਪੜ੍ਹਦੇ ਹਾਂ ਤਾਂ ਉਹਦੇ ਕਈ ਮਤਲਬ ਨਿਕਲਦੇ ਆ, ਮੋਰ ਦੈਨ ਵਨ ਮੀਨਿੰਗ। ਤਾਂ ਉਹਦੇ 'ਚ ਕਿਹਾ ਗਿਆ ਸੀ ਇਟ ਇਜ਼ ਨਾਟ ਅ ਪਾਰਟ ਆਫ ਕਨਸਟੀਟਿਊਸ਼ਨ, ਵੀ ਇਹ ਕਨਸਟੀਟਿਊਸ਼ਨ ਦਾ ਪਾਰਟ ਨਹੀਂ ਹੈ। ਬਟ ਲੇਟਰ ਔਨ ਸਭ ਤੋਂ ਲੈਂਡਮਾਰਕ ਜੱਜਮੈਂਟ ਕਿਹਾ ਜਾਂਦਾ ਕੇਸ਼ਵਨੰਦਾ ਭਾਰਤੀ ਕੇਸ 1973। ਇਹ ਦੋਨੋਂ ਕੇਸ ਬੜੇ ਹੀ ਇੰਪੋਰਟੈਂਟ ਨੇ, ਬਟ ਕੇਸ਼ਵਨੰਦਾ ਭਾਰਤੀ ਕੇਸ 1973 ਇਜ਼ ਮੋਸਟ ਇੰਪੋਰਟੈਂਟ। ਤਾਂ ਇਹ ਲੈਂਡਮਾਰਕ ਜੱਜਮੈਂਟ ਸੀ। ਸੁਪਰੀਮ ਕੋਰਟ ਨੇ ਇਹਦੇ 'ਚ ਕੀ ਕੀਤਾ ਸੀ, ਅਰਲੀਅਰ ਜਿਹੜੀ ਓਪੀਨੀਅਨ ਸੀ ਬੇਰੂਬੇਰੀ ਯੂਨੀਅਨ ਦੇ ਵਿੱਚ, ਯੂਨੀਅਨ ਕੇਸ ਦੇ ਵਿੱਚ, ਉਹਨੂੰ ਰੱਦ ਕਰਤਾ ਸੀ, ਰਿਜੈਕਟ ਕਰਤਾ ਸੀ। ਤਾਂ ਇਹਦੇ ਵਿੱਚ ਕੇਸ਼ਵਨੰਦਾ ਭਾਰਤੀ ਕੇਸ 'ਚ ਕੀ ਕਿਹਾ ਗਿਆ ਕਿ ਜਿਹੜਾ ਪ੍ਰੇਮਬਲ ਹੈ, ਗ੍ਰੈਂਡ ਐਂਡ ਨੋਬਲ ਵਿਜ਼ਨ ਐਕਸਪ੍ਰੈਸਡ ਇਨ ਪ੍ਰੇਮਬਲ, ਵੀ ਪ੍ਰੇਮਬਲ ਦੇ ਵਿੱਚ ਬੜਾ ਹੀ ਗ੍ਰੈਂਡ ਤੇ ਨੋਬਲ ਵਿਜ਼ਨ ਐਕਸਪ੍ਰੈਸ ਕੀਤਾ ਗਿਆ, ਤਾਂ ਇਹ ਪਾਰਟ ਆਫ ਦਾ ਕਨਸਟੀਟਿਊਸ਼ਨ ਹੈ। ਤਾਂ ਇਸ ਨੂੰ ਵੀ ਕਨਸਟੀਟਿਊਸ਼ਨ ਦਾ ਪਾਰਟ ਹੀ ਮੰਨਿਆ ਜਾਵੇ। ਇਸੇ ਤਰ੍ਹਾਂ ਇੱਕ ਨੈਕਸਟ 1995 ਵਿੱਚ LIC ਆਫ ਇੰਡੀਆ ਕੇਸ ਸੀ, ਉਹਦੇ 'ਚ ਵੀ ਇਹੀ ਕਿਹਾ ਗਿਆ ਸੀ ਕਿ ਇਹ ਇੰਟੈਗਰਲ ਪਾਰਟ ਹੈ, ਇਟ ਇਜ਼ ਇੰਟੈਗਰਲ ਪਾਰਟ ਆਫ ਆਰ ਕਨਸਟੀਟਿਊਸ਼ਨ। ਹੁਣ ਅਮੈਂਡਮੈਂਟ ਦੀ ਗੱਲ ਕਰ ਲੈਂਦੇ ਹਾਂ ਕਿ ਪ੍ਰੇਮਬਲ ਨੂੰ ਅਮੈਂਡ ਕੀਤਾ ਜਾ ਸਕਦਾ ਜਾਂ ਨਹੀਂ। ਹੁਣ ਜਿਸ ਤਰ੍ਹਾਂ ਕਿ ਅਮੈਂਡਮੈਂਟ ਆਰਟੀਕਲ 368 ਰਾਹੀਂ ਕੀਤੀ ਜਾਂਦੀ ਹੈ, ਅਲੱਗ-ਅਲੱਗ ਕਨਸੈਪਟਸ ਹੁੰਦੇ ਨੇ, ਤਾਂ ਇਹ ਆਪਾਂ ਅੱਗੇ ਡਿਸਕਸ ਕਰਾਂਗੇ। ਅਮੈਂਡਮੈਂਟ ਬਾਰੇ ਇੱਕ ਅਲੱਗ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਤੱਕ। ਹੁਣ ਪਹਿਲਾਂ ਕੀ ਸੀ ਵੀ ਇਹ ਅਮੈਂਡ ਕੀਤਾ ਜਾ ਸਕਦਾ ਜਾਂ ਨਹੀਂ, ਬਟ ਕੇਸ਼ਵਨੰਦਾ ਭਾਰਤੀ ਕੇਸ ਰਾਹੀਂ ਹੀ ਇਹ ਡਿਸਾਈਡ ਹੋਇਆ ਸੀ ਕਿ ਇਟ ਕੈਨ ਬੀ ਅਮੈਂਡਡ। ਨੋ ਅਮੈਂਡਮੈਂਟ, ਬਟ ਇਹ ਅਮੈਂਡ ਕੀਤਾ ਜਾ ਸਕਦਾ, ਬਟ ਨੋ ਅਮੈਂਡਮੈਂਟ ਇਜ਼ ਡਨ ਟੂ ਵਿਦ ਦਾ ਬੇਸਿਕ ਫੀਚਰਸ। ਇਹ ਨਹੀਂ ਹੋ ਸਕਦਾ ਇਹਨੂੰ ਅਮੈਂਡ ਕਰੋ, ਅਮੈਂਡ ਕਰ ਸਕਦਾ, ਪਰ ਇਹ ਨਹੀਂ ਕਿ ਇਹਦੇ ਬੇਸਿਕ ਫੀਚਰਸ, ਜਿਸ ਤਰ੍ਹਾਂ ਅਸੀਂ ਹੁਣ ਸੈਕੂਲਰ ਹੈ, ਅਸੀਂ ਸੈਕੂਲਰ ਵਰਡ ਹੀ ਕੱਢ ਦਈਏ ਤਾਂ ਉਹਦਾ ਬੇਸਿਕ ਫੀਚਰ ਹੈ ਸੈਕੂਲਰ, ਤਾਂ ਅਸੀਂ ਸੈਕੂਲਰ ਹੀ ਕੱਢਤਾ ਤਾਂ ਉਹ ਬੇਸਿਕ ਸਾਡੇ ਕਨਸਟੀਟਿਊਸ਼ਨ ਦਾ ਪਾਰਟ, ਮਤਲਬ ਇੱਕ ਤਰ੍ਹਾਂ ਉਹਨੇ ਉਹ ਚੀਜ਼ ਰਹਿਣੀ ਹੀ ਨਹੀਂ। ਲਾਈਕ ਅਸੀਂ ਸੋਸ਼ਲਿਸਟ ਹੀ ਕੱਢਤਾ ਉਹਦੇ 'ਚੋਂ, ਤਾਂ ਉਹ ਚੀਜ਼ ਉਹ ਰਹਿਣੀ ਨਹੀਂ, ਓਰੀਜਨਲੀ ਜੋ ਹੈਗਾ ਸੀ ਤਾਂ ਉਹਦਾ ਬੇਸਿਕ ਸਟਰਕਚਰ ਤਾਂ ਰਹਿਣਾ ਹੀ ਨਹੀਂ। ਤਾਂ ਉਹ ਬੇਸਿਕ ਫੀਚਰਸ ਨੇ ਉਹਦੇ ਛੇੜਛਾੜ ਹੋਣੀ ਚਾਹੀਦੀ, ਇਹਨੂੰ ਅਮੈਂਡ ਕੀਤਾ ਜਾ ਸਕਦਾ, ਬਟ ਇਨ ਦਾ ਕੰਸਟ੍ਰੇਂਟਸ ਆਫ ਬੇਸਿਕ ਫੀਚਰਸ। ਓਨਲੀ ਵਨ ਟਾਈਮ ਅਮੈਂਡਡ ਸੋ ਫਾਰ, ਹੁਣ ਤੱਕ ਸਿਰਫ ਪ੍ਰੇਮਬਲ ਨੂੰ ਇੱਕੋ ਵਾਰ ਅਮੈਂਡ ਕੀਤਾ ਗਿਆ, ਜਿਵੇਂ ਆਪਾਂ ਪਹਿਲਾਂ ਡਿਸਕਸ ਕਰਿਆ ਸੀ 42nd ਅਮੈਂਡਮੈਂਟ 1976, ਉਹਦੇ ਰਾਹੀਂ ਨੂੰ ਅਮੈਂਡ ਕੀਤਾ ਗਿਆ ਸੀ। 3 ਕੀਵਰਡ ਸੋਸ਼ਲਿਸਟ, ਸੈਕੂਲਰ ਐਂਡ ਇੰਟੈਗ੍ਰਿਟੀ ਇਹ ਐਡ ਕੀਤੇ ਗਏ ਸੀਗੇ ਇਹਦੇ ਰਾਹੀਂ। ਤਾਂ ਦੋਸਤੋ ਪ੍ਰੇਮਬਲ ਬਾਰੇ ਇੰਨਾ ਹੀ ਹੈ, ਇਹਦੇ 'ਚੋਂ ਕੁਐਸਚਨ ਜੋ ਰੇਜ ਹੋ ਸਕਦੇ ਨੇ, ਤਾਂ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਦੇਖ ਲੈਣਾ। ਥੈਂਕ ਯੂ ਫॉर ਵਾਚਿੰਗ। ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਵੈਰੀ ਮਚ ਦੋਸਤੋ।